ਹਾਂਜੀ ਜੀ ਆਇਆਂ ਨੂੰ ਐਂਡ ਵੈਲਕਮ। ਜੋ ਅਸੀਂ ਇਸ ਪੋਡਕਾਸਟ ਨੂੰ ਸਟਾਰਟ ਕਰਦੇ ਹਾਂ ਉਸਦੇ ਪਹਿਲੇ ਐਪੀਸੋਡ ਦੇ ਵਿੱਚ, ਅਤੇ ਮੈਂ ਸ਼ੁਰੂ ਦੇ ਵਿੱਚ ਇਹ ਕਹਿ ਦੇਣਾ ਚਾਹੁੰਦਾ ਕਿ ਮੈਂ ਨਾ ਕੋਈ ਫਿਲੋਸਫਰ ਹਾਂ, ਨਾ ਕੋਈ ਮੱਤ ਦੇ ਰਿਹਾ, ਨਾ ਕਿਸੇ ਨੂੰ ਕੁਝ ਸਿਖਾ ਰਿਹਾ। ਇਟ ਇਜ਼ ਸਿੰਪਲ ਲਾਈਕ ਜੋ ਕੁਝ ਮੇਰੀ ਤਰ੍ਹਾਂ ਕੁਝ ਕੁ ਗਰੋਥ ਦੇ ਸਟੇਟਸ ਨੇ, ਜਾਂ ਕੁਝ ਕੁ ਮੈਡੀਟੇਸ਼ਨ ਨਾਲ ਜੁੜੇ ਹੋਏ ਨੇ, ਜਾਂ ਜੋ ਵੀ ਇੱਦਾਂ ਦੇ ਕੋਈ ਹਾਲਾਤ ਲਾਈਕ ਸਿਮਿਲਰ ਕਰ ਪਾ ਰਹੇ ਨੇ ਮੇਰੇ ਨਾਲ, ਉਹਨਾਂ ਨਾਲ ਮੈਂ ਇੱਕ ਰਾਬਤਾ ਜੁੜਨ ਦੀ ਕੋਸ਼ਿਸ਼ ਕਰ ਰਿਹਾ ਇਸ ਦੇ ਜ਼ਰੀਏ। ਜੇ ਉਹਦੇ ਨਾਲ ਕਿਸੇ ਹੋਰ ਨੂੰ ਫਾਇਦਾ ਹੋ ਜਾਵੇ, ਜਾਂ ਮੇਰੇ ਵਿਊਜ਼ ਦੇ ਨਾਲ ਕਿਸੇ ਨੂੰ ਅਗਰ ਕੋਈ ਕਲੈਰਿਟੀ ਆਉਂਦੀ ਹੈ, ਤਾਂ ਮੈਂ ਉਹਦੇ ਲਈ ਕਾਫੀ ਖੁਸ਼ ਹੋਵਾਂਗਾ। ਅਤੇ ਕੋਈ ਇੱਦਾਂ ਦਾ ਨਹੀਂ ਹੈ ਕਿ ਮੈਂ ਆਪਣੇ ਤੋਂ ਕੋਈ ਮੱਤ ਕਿਸੇ ਦੇ ਥੋਪ ਰਿਹਾ, ਜਾਂ ਮੈਂ ਕੋਈ ਗੁਰੂ ਜਾਂ ਕੋਈ ਫਿਲੋਸਫਰ ਬਣਨ ਦੀ ਕੋਸ਼ਿਸ਼ ਕਰ ਰਿਹਾ। ਸਿੰਪਲ ਜੋ ਮੇਰੇ ਲਵੇ ਮੇਰੇ ਵਿਊਜ਼, ਜਾਣੀ ਕਿ ਸਿੰਪਲ ਵਰਡਸ ਦੇ ਵਿੱਚ ਕਹਾਂ, ਉਹਨਾਂ ਨੂੰ ਮੈਂ ਕਿੱਦਾਂ ਡਿਫਾਈਨ ਕਰਾਂਗਾ, ਕਿੱਦਾਂ ਨੂੰ ਤੁਹਾਡੇ ਸਾਹਮਣੇ ਰੱਖਾਂਗਾ, ਸਿੰਪਲੀ ਉਹ ਗੱਲ ਹੋਏਗੀ ਇਹਦੇ ਵਿੱਚ। ਐਂਡ ਮੈਂ ਕੋਸ਼ਿਸ਼ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਜੋ ਪੰਜਾਬੀ ਦੇ ਵਿੱਚ ਮੈਂ ਡਿਫਾਈਨ ਕਰਾਂ ਸਭ ਕੁਛ, ਐਂਡ ਪੰਜਾਬੀ ਬੋਲਣਾ ਥੋੜ੍ਹਾ ਮੁਸ਼ਕਿਲ ਹੋਏਗਾ, ਬਟ ਆਪਾਂ ਟਰਾਈ ਕਰਾਂਗੇ। ਐਂਡ ਦੂਸਰੀ ਗੱਲ ਜੋ ਹੈ, ਇਹ ਪੋਡਕਾਸਟ ਹੈ ਜੋ ਆਪਣਾ, ਜਾਂ ਜੋ ਵੀ ਇਹ ਸੀਰੀਜ਼ ਚੱਲੀ ਹੈ ਜਾਂ ਚੱਲੇਗੀ, ਇਹ ਸਾਰੀ ਇਹ ਸਪਿਰਿਚੁਅਲਿਟੀ 'ਤੇ ਬੇਸਡ ਹੋਏਗੀ, ਅਧਿਆਤਮ 'ਤੇ ਬੇਸਡ ਹੋਏਗੀ। ਕੋਈ ਵੀ ਰਾਜਨੀਤਿਕ ਔਰ ਧਾਰਮਿਕ ਇਹੋ ਜਿਹੀਆਂ ਚੀਜ਼ਾਂ ਜਾਂ ਕੋਈ ਵੀ ਹੋਰ ਮਸਲੇ ਹੁੰਦੇ ਨੇ, ਉਹਨਾਂ ਤੋਂ ਪੁਰਜ਼ੋਰ ਕੋਸ਼ਿਸ਼ ਰਹੇਗੀ ਕਿ ਉਹਨਾਂ ਤੋਂ ਇਸ ਚੀਜ਼ ਨੂੰ ਵੱਖ ਰੱਖਿਆ ਜਾਵੇ, ਇਹਨਾਂ ਦੇ ਵਿੱਚ ਇਨਕਲੂਡ ਨਾ ਹੋਣ, ਜਾਂ ਇੱਦਾਂ ਦਾ ਮੁੱਦਾ ਆਪਾਂ ਇਹਨਾਂ ਦੇ ਵਿੱਚ ਨਾ ਲਈਏ। ਇਸ ਨੂੰ ਸਿਰਫ ਅਤੇ ਸਿਰਫ ਅਧਿਆਤਮ ਨਾਲ ਮੈਂ ਜੋੜ ਕੇ ਰੱਖਾਂ, ਅਤੇ ਉਸੇ ਚੀਜ਼ ਦੀ ਇਸ ਦੇ ਨਾਲ ਡਿਸਕਸ਼ਨ ਹੋਵੇ, ਵਿਚਾਰ ਹੋਵੇ, ਇਸੇ ਚੀਜ਼ 'ਤੇ ਜ਼ੋਰ ਦਿੱਤਾ ਜਾਵੇਗਾ। ਅਤੇ ਕੁਛ ਕੁਐਸਚਨ ਵੀ ਆਏ ਨੇ ਜਿਨ੍ਹਾਂ 'ਤੇ ਆਪਾਂ ਡਿਸਕਸ ਕਰਾਂਗੇ ਅੱਜ, ਦੇਖਾਂਗੇ ਅੱਗੇ ਕਿੱਦਾਂ ਆਉਂਦੇ ਨੇ। ਜੋ ਆਏ ਨੇ ਉਹ ਵੀ ਡਿਸਕਸ ਕਰਾਂਗੇ। ਪਹਿਲਾਂ ਆਪਾਂ ਥੋੜ੍ਹਾ ਅਧਿਆਤਮ ਦੇ ਬਾਰੇ ਜਾਣ ਲਈਏ। ਜੋ ਮੇਰੀ ਰਾਏ ਆ, ਅਧਿਆਤਮ ਦਾ ਵਰਡ ਆ, ਅਧਿਆਤਮ ਨੂੰ ਜੇ ਆਪਾਂ ਵੰਡ ਦਈਏ ਤਾਂ ਪਹਿਲਾਂ ਹੋਏਗਾ ਅਧਿਐਨ, ਅਧ ਤੋਂ ਹੋਏਗਾ ਅਧਿਐਨ, ਆਤਮ ਤੋਂ ਹੋਏਗਾ ਆਤਮ, ਜਾਣੀ ਕਿ ਮੇਰਾ ਜਾਂ ਖੁਦ ਜਾ ਕਹਿੰਦੇ ਅਧਿਆਤਮ, ਅਧਿਐਨ, ਆਤਮ ਜਾਣੀ ਕਿ ਖੁਦ ਦਾ। ਜੋ ਵੀ ਖੁਦ ਦਾ ਅਧਿਐਨ ਕਰਦਾ ਜਾਂ ਕਰਨ ਦੀ ਤਾਂਘ ਰੱਖਦਾ ਜਾਂ ਕਰਨਾ ਸ਼ੁਰੂ ਕਰਦਾ, ਉਹ ਅਧਿਆਤਮ ਦਾ ਰਾਹ ਹੈ। ਬਹੁਤ ਹੀ ਸੌਖੀ ਜਿਹੀ ਗੱਲ ਹੈ। ਖੁਦ ਦੇ ਜੋ ਅਧਿਐਨ ਕਰਨ ਦੀ ਤਾਂਘ ਰੱਖਣ ਵਾਲੇ ਨੂੰ, ਜਾਂ ਤਾਂ ਉਹਦੀ ਉਸ ਰਾਹ 'ਤੇ ਚੱਲਣ ਵਾਲੇ ਨੂੰ, ਇਸ ਦੀ ਜੋ ਵੀ ਆਏਗੀ ਐਕਸਪਲੇਨੇਸ਼ਨ ਜੋ ਵੀ ਹੋਏਗੀ, ਮੇਨਲੀ ਅਧਿਆਤਮ ਦੀ ਇਹੀ ਹੋਏਗੀ ਅਕੋਰਡਿੰਗ ਟੂ ਮੀ। ਬੁੱਕਸ ਦੇ ਵਿੱਚ ਡਿਫਰੈਂਟ ਹੋ ਸਕਦੀਆਂ, ਕਿਸੇ ਹੋਰ ਪਰਸਨ ਦੀਆਂ ਡਿਫਰੈਂਟ ਹੋ ਸਕਦੀਆਂ, ਉਹ ਆਪੋ ਆਪਣੇ ਵਿਊਜ਼ ਨੇ। ਪਰ ਅਧਿਆਤਮ ਹੈ ਜੋ, ਉਹ ਇੱਕ ਕਿਹੋ ਜਿਹਾ ਹੋਣਾ ਚਾਹੀਦਾ, ਕਿਹੋ ਜਿਹੀ ਇੱਕ ਸਥਿਤੀ ਨੂੰ ਤੁਸੀਂ ਅਧਿਆਤਮ ਕਹਿ ਸਕਦੇ ਹੋ, ਉਹਦੇ ਬਾਰੇ ਮੈਂ ਥੋੜ੍ਹਾ ਪਹਿਲਾਂ ਦੱਸ ਦੇਵਾਂ। ਕਿਉਂਕਿ ਆਪਣੀ ਜੋ ਪੂਰੀ ਦਾ ਪੂਰਾ ਇਹ ਪੋਡਕਾਸਟ ਦਾ ਆਪਾਂ ਇੱਕ ਆਈਡੀਆ ਲੈ ਕੇ ਆਏ ਹਾਂ, ਉਹ ਅਧਿਆਤਮ ਜਾਂ ਸਪਿਰਿਚੁਅਲਿਟੀ 'ਤੇ ਹੀ ਬੇਸਡ ਹੈ। ਅਧਿਆਤਮ ਇਹ ਨਹੀਂ ਹੁੰਦਾ ਕਿ ਤੁਸੀਂ ਕੋਈ ਬਿਲੀਫ ਫੋਲੋ ਕਰ ਰਹੇ ਹੋ, ਕਿਸੇ ਵਿਚਾਰਧਾਰਾ ਨੂੰ ਫੋਲੋ ਕਰ ਰਹੇ ਹੋ। ਇਹ ਸਭ ਤੋਂ ਵੱਖ ਹੈ। ਅਧਿਆਤਮ ਕਿਸੇ ਵੀ ਪ੍ਰਭਾਵ ਤੋਂ ਵੱਖ ਹੈ। ਪ੍ਰਭਾਵ ਦਾ ਕਹਿਣ ਦਾ ਭਾਵ, ਤੁਹਾਡਾ ਮਨ, ਤੁਹਾਡਾ ਮਾਈਂਡ ਕਿਸੇ ਵੀ ਜਦੋਂ ਇਨਫਲੂਐਂਸ ਤੋਂ ਬਾਹਰ ਹੁੰਦਾ, ਕਿਸੇ ਦੇ ਵੀ ਪ੍ਰਭਾਵ ਹੇਠ ਅੰਦਰ ਨਹੀਂ ਹੁੰਦਾ, ਫਿਰ ਚਾਹੇ ਤੁਸੀਂ ਇਕੱਲੇ ਬੈਠੇ ਹੋ, ਚਾਹੇ ਕੁਛ ਵੀ ਕਰ ਰਹੇ ਹੋ, ਕੁਛ ਨਹੀਂ ਕਰ ਰਹੇ, ਕੋਈ ਮੈਟਰ ਨਹੀਂ ਕਰਦਾ। ਕੋਈ ਪੂਜਾ ਕਰ ਰਹੇ ਹੋ, ਕੋਈ ਨਾਮ ਜਪ ਰਹੇ ਹੋ, ਇਹ ਚੀਜ਼ਾਂ ਕੁਛ ਮੈਟਰ ਨਹੀਂ ਕਰਦੀਆਂ। ਜਦੋਂ ਤੁਹਾਡਾ ਮਨ ਜਾਂ ਮਾਈਂਡ ਕਿਸੇ ਪ੍ਰਭਾਵ ਤੋਂ ਰਹਿਤ ਹੋਵੇ, ਉਹ ਅਧਿਆਤਮ ਹੈ। ਉਹ ਸਿੰਪਲ ਸਟੇਟ ਹੈ, ਜਿੱਦਾਂ ਤੁਸੀਂ ਹੋ ਸਿੰਪਲੀ ਹੋ, ਜਿੱਦਾਂ ਐਗਜ਼ਿਸਟੈਂਸ ਹੈ ਉਹ ਵੀ ਸਿੰਪਲ ਹੈ। ਉਹ ਇੱਦਾਂ ਦੀ ਸਟੇਟ ਹੋ ਜਾਂਦੀ ਹੈ ਜਿੱਦਾਂ ਦੀ ਐਗਜ਼ਿਸਟੈਂਸ ਚੱਲ ਰਹੀ ਹੈ, ਜਿੱਦਾਂ ਦੀ ਕਾਇਨਾਤ ਚੱਲ ਰਹੀ ਹੈ। ਸੋ ਅਧਿਆਤਮ ਵੀ ਉਹੀ ਹੈ, ਜਿੱਦਾਂ ਦੇ ਤੁਸੀਂ ਹੋ ਉੱਦਾਂ ਦੀ ਇੱਕ ਕਾਇਨਾਤ ਦੀ ਤਰ੍ਹਾਂ ਬਣ ਜਾਣਾ। ਜਦੋਂ ਤੁਸੀਂ ਕਿਸੇ ਪ੍ਰਭਾਵ ਹੇਠ ਆ ਗਏ, ਉਹ ਪ੍ਰਭਾਵ ਤੁਹਾਡਾ ਖੁਦ ਦੀਆਂ ਜੋ ਇੱਛਾਵਾਂ ਹੁੰਦੀਆਂ ਨੇ ਉਹਨਾਂ ਦਾ ਵੀ ਹੋ ਸਕਦਾ, ਕਿਸੇ ਹੋਰ ਦੇ ਜੋ ਵਿਊਜ਼ ਹੁੰਦੇ ਨੇ, ਜਾਂ ਉਹਨਾਂ ਦੀਆਂ ਤੁਹਾਡੇ ਨਾਲ ਹੋਈ ਕਿਸੇ ਗੱਲਬਾਤ ਤੋਂ ਤੁਹਾਡੇ ਅੰਦਰ ਪ੍ਰੇਰਨਾ ਹੋਈ ਕਿਸੇ ਚੀਜ਼ ਦੀ, ਉਸ ਦਾ ਵੀ ਵਿਊ ਜੋ ਹੁੰਦਾ ਪ੍ਰਭਾਵ ਹੋ ਸਕਦਾ, ਜਾਂ ਤੁਹਾਡੇ ਕਿਸੇ ਵੀ ਤਰ੍ਹਾਂ ਦੀ
ਬਾਹਰੋਂ ਅੱਖਾਂ ਨਾਲ ਦੇਖਿਆ, ਤੁਸੀਂ ਕੰਨਾਂ ਨਾਲ ਸੁਣਿਆ, ਕਿਸੇ ਵੀ ਚੀਜ਼ ਦਾ ਜੋ ਪ੍ਰਭਾਵ ਪੈ ਸਕਦਾ, ਉਹ ਪ੍ਰਭਾਵ ਹੈ ਜੋ ਇਨਫਲੂਐਂਸ ਹੈ, ਉਹ ਅਗਰ ਤੁਸੀਂ ਲੈ ਕੇ ਚੱਲ ਰਹੇ ਹੋ ਅਤੇ ਉਸ ਸਟੇਟ ਨੂੰ ਤੁਸੀਂ ਅਧਿਆਤਮ ਦਾ ਨਾਮ ਦੇਵੋ, ਸਪਿਰਿਚੁਅਲਿਟੀ ਦਾ ਨਾਮ ਦੇਵੋ, ਤਾਂ ਉਹ ਨਹੀਂ ਹੋਵੇਗਾ। ਸੋ ਆਪਾਂ ਇੱਕ ਬੇਸਿਕ ਗੱਲ ਨਾ ਇੱਥੇ ਲੈ ਕੇ ਚੱਲੀਏ ਤਾਂ ਜੋ ਰਿਲੀਜੀਅਸ ਮੈਟਰ ਹੈ, ਜੋ ਰਿਲੀਜਨ ਨੇ, ਉਹ ਤਾਂ ਇੱਕ ਪਾਸੇ ਪੂਰੇ ਤੌਰ 'ਤੇ ਹੀ ਨਕਾਰੇ ਜਾਂਦੇ ਨੇ। ਉਹਨਾਂ ਨੂੰ ਤੁਸੀਂ ਸਪਿਰਿਚੁਅਲਿਟੀ ਦੇ ਵਿੱਚ ਨਹੀਂ ਲਿਆ ਸਕਦੇ, ਕਿਉਂਕਿ ਰਿਲੀਜਨ ਦੇ ਵਿੱਚ ਇੱਕ ਤੁਸੀਂ ਕਿਸੇ ਦੀ ਵਿਚਾਰਧਾਰਾ ਜਾਂ ਕਿਸੇ ਦਾ ਇੱਕ ਸੰਗਠਨ, ਉਹਨੂੰ ਤੁਸੀਂ ਫੋਲੋ ਕਰ ਰਹੇ ਹੋ, ਉਹਦੇ ਮਗਰ ਚੱਲ ਰਹੇ ਹੋ, ਅਤੇ ਉਸ ਟਾਈਮ 'ਤੇ ਇੱਕ ਤੁਸੀਂ ਪ੍ਰੋਪਰਲੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਜੋ ਤੁਸੀਂ ਖੁਦ ਹੋ, ਜੋ ਤੁਹਾਡੇ ਖੁਦ ਦੇ ਅੰਦਰ ਹੈ, ਉਹਨੂੰ ਨਕਾਰ ਦਿੰਦੇ ਹੋ, ਉਹਨੂੰ ਇਗਨੋਰ ਕਰ ਦਿੰਦੇ ਹੋ, ਜੋ ਕਿ ਅਧਿਆਤਮ ਦੇ ਵਿੱਚ ਨਹੀਂ ਆਉਂਦਾ। ਕਿਉਂਕਿ ਕਾਇਨਾਤ ਹੀ ਪੂਰੀ ਆਪਣੇ ਆਪ ਵਿੱਚ ਚੱਲ ਰਹੀ ਹੈ। ਤੁਸੀਂ ਆਪਣੇ ਆਪ ਦੇ ਅੰਦਰ ਦੀ ਕਾਇਨਾਤ ਨੂੰ ਨਕਾਰ ਕੇ ਕਿਸੇ ਹੋਰ ਪਾਸੇ ਜਾ ਰਹੇ ਹੋ, ਉਹ ਅਧਿਆਤਮ ਤੁਸੀਂ ਨਹੀਂ ਕਹਾ ਸਕਦੇ। ਚਾਹੇ ਤੁਸੀਂ ਜਿੰਨੇ ਵੀ ਜਪ ਤਪ ਕਰੋ, ਪੂਜਾ ਕਰੋ, ਕੁਛ ਵੀ ਕਰੋ, ਇਹ ਜੋ ਆ ਗਿਆ ਇੱਕ ਧਾਰਮਿਕ ਐਂਡ ਸਪਿਰਿਚੁਅਲਿਟੀ, ਅਧਿਆਤਮ, ਇੱਥੇ ਆ ਕੇ ਦੋਨੋਂ ਵੱਖਰੀਆਂ ਹੋ ਜਾਂਦੀਆਂ ਨੇ। ਇਹਨਾਂ ਵਿੱਚ ਇੱਕ ਡਿਫਰੈਂਸ ਕ੍ਰੀਏਟ ਰਹਿੰਦਾ। ਐਂਡ ਪ੍ਰਭਾਵ ਹੈ ਜੋ ਪ੍ਰਭਾਵ ਦੀ ਜੋ ਇਨਫਲੂਐਂਸ ਦੀ ਮੈਂ ਗੱਲ ਕੀਤੀ ਹੈ, ਉਹ ਇਨਫਲੂਐਂਸ ਹੈ ਜੋ ਇੱਕ ਸਿੰਪਲ ਜੀ ਗੱਲ ਨਾਲ ਲੈ ਕੇ ਚੱਲੀਏ ਕਿ ਸਟਾਰਟਿੰਗ ਤੋਂ ਹੀ ਬੱਚੇ ਨੂੰ ਇੱਕ ਇਨਫਲੂਐਂਸ ਕਰਨਾ ਸਟਾਰਟ ਕਰ ਦਿੱਤਾ ਜਾਂਦਾ, ਪ੍ਰਭਾਵ ਪਾਉਣਾ ਸਟਾਰਟ ਕਰ ਦਿੱਤਾ ਜਾਂਦਾ। ਜੋ ਵੀ ਤੁਸੀਂ ਕਰ ਰਹੇ ਹੋ, ਜਿੱਦਾਂ ਦਾ ਵੀ ਤੁਸੀਂ ਕਰ ਰਹੇ ਹੋ, ਉਹ ਇੱਦਾਂ ਨਹੀਂ ਹੈ ਕਿ ਬੱਚਾ ਮੋਸਟ ਆਫ ਆਪਣੇ ਜੋ ਕਲਚਰ ਦੇ ਵਿੱਚ ਹੈ ਕਿ ਉਹ ਇੱਦਾਂ ਨਹੀਂ ਹੈ ਕਿ ਬੱਚਾ ਆਪਣੇ ਆਪ ਸਿੱਖੇ, ਉਹਨੂੰ ਧੱਕੇ ਨਾਲ ਸਿਖਾਇਆ ਜਾਂਦਾ। ਜੋ ਤੁਹਾਡਾ ਐਜੂਕੇਸ਼ਨ ਸਿਸਟਮ ਬੈਸਟ ਐਗਜ਼ਾਮਪਲ ਆ ਉਸ ਚੀਜ਼ ਦੀ, ਉਹਦੇ ਸਾਹਮਣੇ ਧਰਿਆ ਜਾਂਦਾ ਕਿ ਇੱਦਾਂ ਹੋਏਗਾ, ਇੱਦਾਂ ਹੋਏਗਾ, ਅਤੇ ਉਹਦਾ ਪ੍ਰਭਾਵ ਬਣਦਾ ਰਹਿੰਦਾ। ਅਤੇ ਛੋਟੇ ਹੁੰਦੇ ਬੱਚੇ ਤੋਂ ਹੀ ਜਦੋਂ ਇੱਦਾਂ ਦਾ ਮਾਈਂਡ ਸੈੱਟ ਕ੍ਰੀਏਟ ਹੋ ਗਿਆ, ਉਹਦੀ ਦਿਮਾਗੀ ਹਾਲਤ ਹੀ ਜਦੋਂ ਇੱਦਾਂ ਦੀ ਬਣ ਗਈ ਕਿ ਉਹਨੇ ਸਿੱਖਣਾ ਹੀ ਸਾਰਾ ਦੂਸਰੇ ਤੋਂ ਹੈ, ਤਾਂ ਫਿਰ ਆਪਣੇ ਅੰਦਰ ਦੀ ਜਾਣਨੀ ਜਾਂ ਆਪਣੇ ਅੰਦਰ ਦੀ ਸੁਣਨੀ, ਉਹ ਤਾਂ ਕਿਤੇ ਦੂਰ ਹੀ ਰਹਿ ਜਾਂਦੀ ਆ। ਇਸੇ ਲਈ ਜੋ ਅਧਿਆਤਮ ਹੈ ਜਾਂ ਅਧਿਆਤਮਿਕ ਗੱਲਾਂ ਨੇ, ਇਹਨਾਂ ਤੋਂ ਕਾਫੀ ਜ਼ਿਆਦਾ ਲੋਕ ਸੱਖਣੇ ਨੇ ਐਂਡ ਟੁੱਟੇ ਹੋਏ ਨੇ। ਇਹ ਜੋ ਅਕਸਰ ਮੈਂ ਕਾਫੀ ਲੋਕਾਂ ਨੂੰ ਮਿਲਦਾ ਰਹਿੰਦਾ ਜਾਂ ਜਿਸ ਨਾਲ ਵੀ ਰਾਬਤਾ ਹੁੰਦਾ ਜਾਂ ਮੇਲ ਜੋਲ ਹੁੰਦਾ, ਅਤੇ ਬਹੁਤ ਹੀ ਥੋੜ੍ਹੇ ਮਿਲਦੇ ਨੇ। ਮੈਂ ਕਹਿ ਰਿਹਾ ਕਿ ਬਹੁਤ ਹੀ ਰੇਅਰ ਮਿਲਦੇ ਨੇ ਜਿਨ੍ਹਾਂ ਨਾਲ ਕੋਈ ਅਧਿਆਤਮ ਦਾ ਕਿਸੇ ਨਾਲ ਰਾਬਤਾ ਹੋਵੇ ਜਾਂ ਜਿਨ੍ਹਾਂ ਨਾਲ ਬੈਠ ਕੇ ਕੋਈ ਗੱਲਬਾਤ ਕੀਤੀ ਜਾ ਸਕੇ। ਇਹਦੇ ਲਈ ਹੈ ਕਿਉਂਕਿ ਮੋਸਟ ਆਫ ਜ਼ਿੰਦਗੀ ਹੈ ਜੋ ਆਪਣੀ, ਉਹ ਇਨਫਲੂਐਂਸ ਦੇ ਅੰਡਰ ਹੀ ਬਿਤਾ ਦਿੰਦੇ ਨੇ, ਅਤੇ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਵੀ ਨਹੀਂ ਹੁੰਦਾ ਕਿ ਉਹ ਕਿਸੇ ਪ੍ਰਭਾਵ ਦੇ ਹੇਠ ਹੀ ਕਿਸੇ ਦੀ ਜ਼ਿੰਦਗੀ, ਕਿਸੇ ਦੇ ਆਈਡੀਏ ਅਤੇ ਕਿਸੇ ਦੇ ਜੋ ਬੋਲ ਚਾਲ ਨੇ ਜਾਂ ਵਰਡ ਦਿੱਤੇ ਗਏ, ਉਹਨਾਂ ਨੂੰ ਹੀ ਲੈ ਕੇ ਉਹ ਆਪਣੀ ਜ਼ਿੰਦਗੀ ਚਲਾਈ ਜਾ ਰਹੇ ਨੇ। ਇਹ ਸਟੇਟ ਤੱਕ ਪਹੁੰਚਣਾ, ਖੁਦ ਹੀ ਜਾਣਨਾ, ਇਹ ਤਾਂ ਕਾਫੀ ਦੂਰ ਦੀ ਗੱਲ ਹੈ, ਜਦੋਂ ਉਹਨਾਂ ਨੂੰ ਇਹ ਆਈਡੀਆ ਵੀ ਨਹੀਂ ਹੁੰਦਾ ਕਿ ਉਹ ਜੋ ਕਰ ਰਹੇ ਨੇ ਉਹ ਇਨਫਲੂਐਂਸਡ ਵੇ ਦੇ ਵਿੱਚ ਕੀਤਾ ਜਾ ਰਿਹਾ, ਕਿਸੇ ਹੋਰ ਦਾ ਆਈਡੀਆ ਸੀ। ਜਿੱਦਾਂ ਤੁਸੀਂ ਇੱਛਾਵਾਂ ਨੂੰ ਲੈ ਕੇ ਚੱਲ ਸਕਦੇ ਹੋ, ਡਿਜ਼ਾਇਰਸ ਨੂੰ ਲੈ ਕੇ ਚੱਲ ਸਕਦੇ ਹੋ। ਕਦੇ ਹੀ ਹੋਏਗਾ ਕਿ ਤੁਹਾਡੇ ਅੰਦਰੋਂ ਆਵਾਜ਼ ਆਈ ਹੋਏਗੀ ਕਿ ਤੁਹਾਨੂੰ ਇਹ ਚਾਹੀਦਾ। ਮੋਸਟ ਆਫ ਜੋ ਆਪਣੀਆਂ ਡਿਜ਼ਾਇਰਸ ਹੁੰਦੀਆਂ ਨੇ, ਇੱਛਾਵਾਂ ਹੁੰਦੀਆਂ ਨੇ, ਉਹ ਦੂਸਰਿਆਂ ਤੋਂ ਹੀ ਪ੍ਰਭਾਵਿਤ ਹੁੰਦੀਆਂ। ਆਪਾਂ ਦੂਸਰਿਆਂ ਦੇ ਹੀ ਕੱਪੜੇ ਪਾਏ ਦੇਖਦੇ, ਆਪਾਂ ਦੂਸਰਿਆਂ ਦੇ ਹੀ ਰਿਸ਼ਤੇ ਦਾ ਸੰਬੰਧ ਬਣੇ ਦੇਖਦੇ, ਆਪਾਂ ਦੂਸਰਿਆਂ ਲਈ ਚੀਜ਼ਾਂ ਹੋਈਆਂ ਦੇਖਦੇ, ਫਿਰ ਹੀ ਆਪਣੇ ਲਈ ਉਹ ਡਿਜ਼ਾਇਰਸ ਪੈਦਾ ਹੁੰਦੀਆਂ ਨੇ। ਬਹੁਤ ਹੀ ਰੇਅਰ ਹੁੰਦਾ, ਬਹੁਤ ਹੀ ਘੱਟ ਹੁੰਦਾ ਅਗਰ ਤੁਸੀਂ ਆਪਣੇ ਅੰਦਰ ਥੋੜ੍ਹੀ ਝਾਤੀ ਮਾਰੋ ਅਤੇ ਦੇਖੋ ਕਿ ਜੋ ਡਿਜ਼ਾਇਰ ਹੈ ਤੁਹਾਡੇ ਅੰਦਰੋਂ ਪੈਦਾ ਹੋਈ ਹੈ। ਅਗਰ ਜੋ ਉਹ ਅੰਦਰੋਂ ਵੀ ਪੈਦਾ ਹੋ ਰਹੀ ਹੈ, ਕਿਸੇ ਪ੍ਰਭਾਵ ਤੋਂ ਨਹੀਂ ਆ ਰਹੀ, ਕਿਸੇ ਦੇ ਕਹੇ ਤੋਂ ਨਹੀਂ ਆ ਰਹੀ, ਆਪਣੇ ਅੰਦਰੋਂ ਹੀ ਉਹ ਇੱਕ ਇੱਛਾ ਬਣ ਰਹੀ ਹੈ, ਤਾਂ ਮੇਰੇ ਅਨੁਸਾਰ ਉਹ ਤੁਹਾਡੇ ਲਈ ਇੱਕ ਬੈਸਟ ਵੇ ਕ੍ਰੀਏਟ ਕਰ ਸਕਦੀ ਹੈ ਜ਼ਿੰਦਗੀ ਦੇ ਵਿੱਚ, ਅਗਰ ਤੁਸੀਂ ਉਹਦੇ ਮਗਰ ਚੱਲਦੇ ਹੋ। ਸੋ ਬੇਸਿਕਲੀ ਜੋ ਅਧਿਆਤਮ ਹੈ, ਜਿੱਥੇ ਤੱਕ ਮੈਂ ਦੱਸਣਾ ਸੀ, ਉਹ ਬੇਸਿਕਲੀ ਐਕਸਪਲੇਨ ਹੋ ਗਿਆ। ਸੋ ਅੱਜ ਆਪਾਂ ਆਪਣੇ ਪਹਿਲੇ ਸਵਾਲ ਨਾਲ ਚੱਲਦੇ ਹਾਂ ਜੋ ਆਪਣੇ ਕੋਲ ਆਇਆ। ਪਹਿਲਾ ਸਵਾਲ ਸੀ ਕਿ ਮਨ ਨੂੰ ਕਿੱਦਾਂ ਕਾਬੂ ਕਰਨਾ, ਹਾਊ ਟੂ ਕੰਟਰੋਲ ਯੋਰ ਮਾਈਂਡ।
ਸਵਾਲ ਦਾ ਆਨਸਰ ਹੈ ਜੋ ਉਹਨੂੰ ਮੈਂ ਕੰਟਰਾਡਿਕਟ ਕਰਨਾ ਚਾਹੂੰਗਾ। ਉਸੇ ਤੋਂ ਮੈਂ ਸਵਾਲ ਪੈਦਾ ਹੋ ਰਿਹਾ ਕਿ ਮਨ ਨੂੰ ਕਾਬੂ ਹੀ ਕਿਉਂ ਕਰਨਾ, ਜ਼ਰੂਰਤ ਹੀ ਕੀ ਹੈ ਮਨ ਨੂੰ ਕਾਬੂ ਕਰਨ ਦੀ। ਇਸ ਦੇ ਪੱਖ ਹੈ ਜੋ ਕਾਫੀ ਬਣ ਸਕਦੇ ਨੇ, ਕਾਫੀ ਤਰ੍ਹਾਂ ਨਾਲ ਡਿਸਕ੍ਰਾਈਬ ਵੀ ਕੀਤਾ ਜਾ ਸਕਦਾ ਹੈ, ਐਕਸਪਲੇਨ ਵੀ ਕੀਤਾ ਜਾ ਸਕਦਾ ਹੈ, ਬਟ ਬੇਸਿਕਲੀ ਕੁਐਸਚਨ ਨੂੰ ਇੱਥੇ ਕੰਟਰਾਡਿਕਟ ਕਰਨਾ ਬਣਦਾ ਕਿ ਮਨ ਨੂੰ ਕਾਬੂ ਹੀ ਕਰਨਾ, ਕਾਬੂ ਕਿਉਂ ਕਰਨਾ, ਮਨ ਨੂੰ ਕਾਬੂ ਹੀ ਕਿਉਂ ਕਰਨਾ। ਕਿਉਂ? ਮਨ ਭੱਜ ਰਿਹਾ, ਕਿੱਧਰ ਭੱਜ ਰਿਹਾ? ਜਿੱਧਰ ਤੁਸੀਂ ਨਹੀਂ ਲਿਆਉਣਾ ਚਾਹ ਰਹੇ ਉੱਧਰ ਭੱਜ ਰਿਹਾ। ਬਟ ਜਾ ਕਿਉਂ ਰਿਹਾ ਇਹਦੇ ਬੇਸਿਕਸ 'ਤੇ ਜਾਓ, ਬਿਲਕੁਲ ਇਹਦੀ ਪੜਚੋਲ, ਇਹਦੀ ਜੜ ਤੱਕ ਪਹੁੰਚਣਾ ਬਣਦਾ ਕਿ ਮਨ ਭੱਜ ਰਿਹਾ ਤਾਂ ਕਿੱਧਰ ਭੱਜ ਰਿਹਾ ਜਾਂ ਫਿਰ ਕਿਉਂ ਭੱਜ ਰਿਹਾ। ਮਨ ਨੂੰ ਕਾਬੂ ਕਰਨਾ ਕਹਿਣ ਦਾ ਭਾਵ ਹੈ ਕਿ ਇੱਕ ਤੁਸੀਂ ਜਿੱਦਾਂ ਬਾਂਦਰ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਛਾਲਾਂ ਮਾਰਦਾ ਰਹੇਗਾ ਇੱਕ ਦਰਖਤ ਤੋਂ ਇੱਧਰ, ਦੂਸਰੇ ਤੋਂ ਉੱਧਰ। ਤੁਸੀਂ ਦਰਖਤ 'ਤੇ ਨਹੀਂ ਚੜ੍ਹ ਪਾਓਗੇ, ਚੜ੍ਹ ਵੀ ਪਾਓਗੇ ਤਾਂ ਉਹ ਦਰਖਤਾਂ 'ਤੇ ਬੜਾ ਤੇਜ਼ ਹੁੰਦਾ, ਉਹ ਇੱਧਰ ਹੀ ਇੱਧਰ ਜਾਏਗਾ ਅਤੇ ਤੁਸੀਂ ਉਹਨੂੰ ਕਦੇ ਕਾਬੂ ਨਹੀਂ ਕਰ ਪਾਓਗੇ। ਸਾਰੀਆਂ ਕੋਸ਼ਿਸ਼ਾਂ ਹੀ ਵਿਅਰਥ ਨੇ, ਜੋ ਤੁਸੀਂ ਸਿੰਪਲੀ ਦੇਖ ਹੀ ਸਕਦੇ ਹੋ ਕਿ ਰਿਸ਼ੀਆਂ ਮੁਨੀਆਂ ਦੇ ਪਹਿਲਾਂ ਕਈ ਹਜ਼ਾਰ ਸਾਲਾਂ ਤੋਂ ਟਰਾਈ ਕਰ ਰਹੇ ਨੇ ਅਤੇ ਅੱਜ ਵੀ ਕਈ ਹੁੰਦੇ ਆ ਜੋ ਕਰ ਰਹੇ ਨੇ। ਸੋ ਮਨ ਨੂੰ ਕਾਬੂ ਕਰਨਾ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਵਾਜਿਬ ਗੱਲ ਹੈਗੀ। ਇੱਕ ਤਾਂ ਇਹ ਹੈ ਕਿ ਸਾਡੇ 'ਚ ਜੋ ਉਹੀ ਗੱਲ ਦੁਆਰਾ ਹੈਗੀ ਕਿ ਜੋ ਸ਼ੁਰੂ ਤੋਂ ਹੀ ਸਾਨੂੰ ਪ੍ਰਵਿਰਤੀ ਦਿੱਤੀ ਗਈ ਹੈ ਕਿਸੇ ਚੀਜ਼ 'ਤੇ ਕਾਬੂ ਪਾਉਣ ਦੀ, ਕਿਸੇ ਚੀਜ਼ ਨੂੰ ਕੰਟਰੋਲ 'ਚ ਰੱਖਣ ਦੀ ਆਪਣੇ 'ਚ, ਅਤੇ ਉਹੀ ਇੱਕ ਹਿਊਮਨ ਨੇਚਰ ਹੈ, ਮਨੁੱਖੀ ਪ੍ਰਵਿਰਤੀ ਹੈ ਕਿ ਉਹ ਹਰੇਕ ਚੀਜ਼ ਨੂੰ ਕੰਟਰੋਲ ਕਰਨਾ ਚਾਹ ਰਿਹਾ। ਇਸੇ ਤਰ੍ਹਾਂ ਹੀ ਉਹ ਕੰਟਰੋਲ ਕਰਨ ਦੀ ਪ੍ਰਵਿਰਤੀ ਉਹ ਆਪਣੇ ਮਨ 'ਤੇ ਪਾ ਰਿਹਾ। ਜਦੋਂ ਉਹ ਥੋੜ੍ਹਾ ਅੰਦਰ ਨੂੰ ਮੁੜਦਾ ਨਾ, ਇਨਸਾਨ ਕੀ ਹੁੰਦਾ, ਬਾਹਰ ਜੋ ਰਹਿੰਦਾ ਉਦੋਂ ਕਾਬੂ ਕਰਨਾ ਚਾਹੁੰਦਾ ਚੀਜ਼ਾਂ ਨੂੰ, ਹਰੇਕ ਚੀਜ਼ ਨੂੰ ਆਪਣੇ ਕਾਬੂ 'ਚ, ਇਹ ਵੀ ਮੇਰੇ ਅੰਡਰ ਹੋਵੇ, ਇਹ ਵੀ ਹੋਵੇ, ਉੱਦਾਂ ਹੋਵੇ, ਉਹ ਵੀ ਅੰਡਰ ਹੋਵੇ। ਬਟ ਜਦੋਂ ਥੋੜ੍ਹੀ ਜਿਹੀ ਉਹਨੂੰ ਅਕਲ ਆਉਂਦੀ ਹੈ ਅਤੇ ਉਹ ਆਪਣੇ ਅੰਦਰ ਮੁੜਨਾ ਸਟਾਰਟ ਕਰਦਾ, ਮਨ ਨੂੰ ਦੇਖਣਾ ਸਟਾਰਟ ਕਰਦਾ, ਤਾਂ ਉਹ ਫਿਰ ਮਨ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਉਹ ਮਨੁੱਖ ਦੀ ਪ੍ਰਵਿਰਤੀ ਹੈ, ਚਾਹੇ ਅੰਦਰ ਹੈ ਚਾਹੇ ਉਹ ਬਾਹਰ ਹੈ, ਉਹ ਕਾਬੂ ਕਰਨਾ ਹੀ ਚਾਹੁੰਦਾ ਉਹਨੂੰ ਵੀ ਮੇਰੇ ਅਕੋਰਡਿੰਗ ਹੋਵੇ। ਬਟ ਇਹ ਕਾਬੂ ਕਰਨ ਵਾਲੀ ਜੋ ਪ੍ਰਵਿਰਤੀ ਹੈ ਜਦੋਂ ਅੰਦਰ ਜਾਂਦੀ ਹੈ, ਆਪਾਂ ਜਦੋਂ ਅੰਦਰ ਇਸੇ ਚੀਜ਼ ਨੂੰ ਲਾਗੂ ਕਰਦੇ ਹਾਂ ਨਾ, ਤਾਂ ਫਿਰ ਉਹਦੇ ਨਾਲ ਕੀ ਹੁੰਦਾ ਹੈ, ਬੜਾ ਹੀ ਵੱਡਾ ਤੂਫਾਨ, ਝੱਖੜ ਜਾਂ ਭੂਚਾਲ ਤੁਸੀਂ ਕਹਿ ਸਕਦੇ ਹੋ, ਖੁਦ ਦਾ ਮੇਰਾ ਐਕਸਪੀਰੀਅੰਸ ਕੀਤਾ ਹੋਇਆ, ਇਹ ਪੈਦਾ ਹੋ ਜਾਂਦਾ। ਮਨ ਤਾਂ ਕਾਬੂ ਨਹੀਂ ਹੁੰਦਾ, ਬਟ ਤੁਹਾਡੀ ਸਟੇਟ ਇੱਦਾਂ ਦੀ ਹੋ ਜਾਂਦੀ ਹੈ ਕਿ ਬੰਦਾ ਪਾਗਲ ਹੈ, ਟੋਟਲੀ ਪਾਗਲ ਹੈ। ਨਾ ਤੁਹਾਨੂੰ ਉਸ ਟਾਈਮ ਕੋਈ ਸਟੇਟਮੈਂਟ ਤੁਸੀਂ ਦੇ ਰਹੇ ਹੋ, ਕੋਈ ਗੱਲ ਕਰ ਰਹੇ ਹੋ, ਉਹਦੀ ਜੱਜਮੈਂਟ ਰਹਿੰਦੀ ਹੈ, ਨਾ ਤੁਹਾਨੂੰ ਪਤਾ ਲੱਗਦਾ ਕਿ ਇਹ ਸਟੈਪ ਪੁੱਟ ਕਰਨਾ ਸਹੀ ਹੈ ਜਾਂ ਗਲਤ ਹੈ, ਉਹਦੀ ਜੱਜਮੈਂਟ ਰਹਿੰਦੀ ਹੈ, ਕਿਉਂਕਿ ਮਨ ਉਸ ਟਾਈਮ ਬਾਗੀ ਹੋ ਜਾਂਦਾ, ਅਤੇ ਬਾਗੀ ਹੋ ਕੇ ਤੁਹਾਡੀ ਜੋ ਖੁਦ ਦੀ ਅੰਦਰ ਦੀ ਸਟੇਟ ਹੈ ਉਹ ਵੀ ਗੜਬੜਾ ਜਾਂਦੀ ਆ। ਇਹ ਹੋ ਗਿਆ ਇੱਕ ਪੱਖ ਦਾ। ਹੁਣ ਦੂਸਰੇ ਪੱਖ ਲਈ ਆਪਾਂ ਗੱਲ ਕਰੀਏ ਕਾਬੂ ਕਰਨ ਦਾ, ਜੋ ਪਹਿਲਾ ਆ ਗਿਆ ਕਿ ਉਹਨੂੰ ਕਾਬੂ ਕਰਨ ਦੀ ਕੀ ਲੋੜ ਆ। ਆਪੋ ਆਪਣੇ ਸਾਰਿਆਂ ਦੇ ਰੀਜ਼ਨ ਹੋ ਸਕਦੇ ਨੇ, ਕੋਈ ਕਿਸ ਤਰ੍ਹਾਂ ਕਾਬੂ ਕਰਨਾ ਚਾਹੁੰਦਾ, ਕੋਈ ਕੁਛ ਪਾਉਣਾ ਚਾਹੁੰਦਾ ਕਾਬੂ ਕਰਕੇ ਕੁਛ। ਸੋ ਅਗਰ ਤੁਸੀਂ ਕੋਈ ਇੱਦਾਂ ਦਾ ਕਿ ਤੁਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ, ਬਟ ਤੁਸੀਂ ਕਿਸੇ ਨਾਲ ਅਗਰ ਤੁਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ, ਉਹਨੂੰ ਕੰਟਰੋਲ ਕਰਕੇ ਤੁਸੀਂ ਦੁਸ਼ਮਣ ਬਣਾ ਰਹੇ ਹੋ, ਤਾਂ ਤੁਸੀਂ ਉਹਨੂੰ ਆਪਣਾ ਦੋਸਤ ਬਣਾ ਸਕਦੇ ਹੋ। ਇਹ ਵੀ ਇੱਕ ਪੱਖ ਆ। ਉਹਦੀ ਥੋੜ੍ਹੀ ਸੁਣੋ, ਥੋੜ੍ਹਾ ਸੁਣਦੇ ਹੋ ਤਾਂ ਉਹ ਵੀ ਤੁਹਾਡੇ 'ਤੇ ਵਿਸ਼ਵਾਸ ਕਰੇਗਾ। ਵਿਸ਼ਵਾਸ ਕਰਨਾ ਹੋਏਗਾ, ਬਣੇਗਾ ਤਾਂ ਹੌਲੀ ਹੌਲੀ ਗੱਲ ਚੱਲੇਗੀ, ਹੌਲੀ ਹੌਲੀ ਸੁਣੋਗੇ, ਉਹ ਕੁਛ ਤੁਹਾਡੀ ਸੁਣੇਗਾ, ਕੁਛ ਤੁਹਾਡੇ ਨਾਲ। ਇੱਕ ਮੇਲ ਜੋਲ ਬਣਾ ਕੇ ਤੁਸੀਂ ਇੱਕ ਬੈਲੈਂਸ ਦੇ ਨਾਲ ਹੈ ਜੋ ਮਨ ਦੇ ਨਾਲ ਰਹਿ ਸਕਦੇ ਹੋ। ਇਹ ਵੀ ਇੱਕ ਪੱਖ ਹੋ ਸਕਦਾ ਕਿ ਤੁਸੀਂ ਇੱਕ ਬੈਲੈਂਸ ਕ੍ਰੀਏਟ ਕਰੋ ਅਤੇ ਦੋਨੋਂ ਜਾਣੇ ਉਸ 'ਤੇ ਅਕੋਰਡਿੰਗ ਹੀ ਚੱਲੋ। ਅਤੇ ਤੀਸਰਾ ਪੱਖ ਹੈ ਜੋ ਟੋਟਲੀ ਡਿਫਰੈਂਟ ਲੱਗ ਰਿਹਾ ਮੈਨੂੰ, ਐਂਡ ਕੁਛ ਜ਼ਿਆਦਾ ਹੀ ਵਾਜਿਬ ਵੀ ਲੱਗ ਰਿਹਾ। ਅਗਰ ਤੁਸੀਂ ਸੁਣਿਆ ਹੋਵੇ ਪਰਸਨੈਲਿਟੀ ਡਿਸਆਰਡਰ। ਅਗਰ ਆਪਾਂ ਆਪਣੇ ਅੰਦਰ ਹੀ ਕੁਛ ਵੀ ਕ੍ਰੀਏਟ ਕਰ ਸਕਦੇ ਹਾਂ, ਮਨ ਨੂੰ ਵੀ ਕ੍ਰੀਏਟ ਕਰ ਰਹੇ ਹੋਈਏ, ਜਿੱਦਾਂ ਮਨ ਬਣਾ ਰਿਹਾ, ਇੱਕ ਮੈਂ ਆਪਣਾ ਆਪ ਬਣਾ ਲਿਆ, ਇੱਕ ਮੈਂ ਮਨ ਬਣਾ ਲਿਆ, ਇੱਕ ਮੈਂ ਇਮੋਸ਼ਨ ਬਣਾ ਲਏ, ਇੱਕ ਮੈਂ ਫੀਲਿੰਗਸ ਬਣਾ ਲਈਆਂ, ਇੱਦਾਂ ਕਰਕੇ ਆਪਾਂ ਡਿਫਰੈਂਟ ਕਰਨਾ ਸਟਾਰਟ ਕਰ ਦਈਏ,
ਤਾਂ ਇਹ ਜੋ ਮਨ ਹੈ ਉਹ ਕਾਫੀ ਜ਼ਿਆਦਾ ਪਰਸਨੈਲਿਟੀਜ਼ ਕ੍ਰੀਏਟ ਕਰ ਸਕਦਾ ਹੈ। ਇਸ ਹਿਸਾਬ ਨਾਲ ਅੰਦਰੋਂ ਤਾਂ ਕੋਈ ਇੱਦਾਂ ਦਾ ਨਹੀਂ ਹੈ ਕਿ ਤੁਹਾਡੇ ਨਾਲ ਕੋਈ ਡਿਫਰੈਂਟ ਖੜਾ ਹੈ ਜਾਂ ਡਿਫਰੈਂਟ ਬਣ ਰਿਹਾ ਜਾਂ ਕੁਛ ਵੀ ਹੋ ਰਿਹਾ ਗਾ। ਇਸੇ ਚੀਜ਼ ਨੂੰ ਆਪਾਂ ਅਗਰ ਡਿਫਰੈਂਟ ਲੈ ਕੇ ਚੱਲ ਰਹੇ ਹਾਂ ਸਾਰੀਆਂ ਚੀਜ਼ਾਂ ਨੂੰ ਅਤੇ ਅੱਗੇ ਵੱਧ ਰਹੇ ਹਾਂ ਉਸ ਦੇ ਨਾਲ, ਤਾਂ ਇੱਕ ਇੱਦਾਂ ਦੀ ਵੀ ਇਹ ਸਥਿਤੀ ਹੋ ਸਕਦੀ ਹੈ ਕਿ ਪਰਸਨੈਲਿਟੀ ਡਿਸਆਰਡਰ ਦੇ ਰੂਪ ਵਿੱਚ ਸਾਹਮਣੇ ਆ ਜਾਵੇ ਅਤੇ ਆਪਾਂ ਨੂੰ ਵੱਖਰੀਆਂ ਵੱਖਰੀਆਂ ਪਰਸਨੈਲਿਟੀਆਂ ਨਾਲ ਡੀਲ ਕਰਨਾ ਪਵੇ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਵਾਜਿਬ ਹੋਏਗਾ ਕਿ ਆਪਾਂ ਵੱਖਰੀਆਂ ਪਰਸਨੈਲਿਟੀਜ਼ ਜਾਂ ਵੱਖਰੇ ਆਈਡੀਆਜ਼ ਆਪਣੇ ਅੰਦਰ ਬਣਾ ਕੇ ਚੱਲੀਏ ਕਿ ਹੁਣ ਜੀ ਮਨ ਇਹ ਕਹਿ ਰਿਹਾ ਜਾਂ ਉਹ ਇਹਦੇ ਨਾਲ ਹੁਣ ਫੀਲਿੰਗਸ ਨੇ ਮੇਰੀਆਂ ਇਹ ਕਹਿ ਰਹੀਆਂ ਨੇ ਜਾਂ ਇਮੋਸ਼ਨਸ ਇੱਦਾਂ ਹੋ ਰਹੇ ਨੇ। ਹੈ ਤਾਂ ਅੰਦਰੋਂ ਇੱਕ ਹੀ ਨਾ, ਕੋਈ ਦੋ ਆਵਾਜ਼ਾਂ ਤਾਂ ਤੁਹਾਨੂੰ ਨਹੀਂ ਆਉਣਗੀਆਂ, ਜੇ ਆਉਣਗੀਆਂ ਵੀ ਉਹ ਵੀ ਤੁਹਾਡੇ ਹੀ ਆਉਣਗੀਆਂ, ਉਹ ਤਾਂ ਵੱਖਰੀਆਂ ਨਹੀਂ ਆਉਣ ਲੱਗੀਆਂ ਨਾ। ਇੱਕੋ ਤੁਸੀਂ ਅੰਦਰੋਂ ਹੈ ਜੋ ਇੱਕੋ ਉਸ ਨੂੰ ਮੰਨ ਕੇ ਚੱਲੋ, ਖੁਦ ਉਹਨੂੰ ਡਿਵਾਈਡ ਹੀ ਨਾ ਕਰੋ, ਨਾ ਮਨ ਦੇ ਵਿੱਚ ਡਿਵਾਈਡ ਕਰੋ, ਨਾ ਹੋਰ ਵੱਖਰੇ ਉਹਨੂੰ ਰੂਪ ਦਿਓ ਕੋਈ, ਬਿਕੋਜ਼ ਜਿੰਨੇ ਰੂਪ ਦਿੰਦੇ ਜਾਓਗੇ ਉਨੇ ਬਣਦੇ ਜਾਣਗੇ ਅਤੇ ਉਸ ਤੋਂ ਦੁੱਗਣੇ ਬਣਨਗੇ ਅਤੇ ਉਸ ਤੋਂ ਦੁੱਗਣਿਆਂ ਨਾਲ ਫਿਰ ਡੀਲ ਕਰਨਾ ਔਖਾ ਹੋਏਗਾ। ਇਹ ਤਾਂ ਕ੍ਰੀਏਟ ਹੁੰਦੇ ਰਹਿਣਗੇ। ਅਗਰ ਤੁਸੀਂ ਅੰਦਰੋਂ ਇੱਕੋ ਹੀ ਲੈ ਕੇ ਚੱਲਦੇ ਹੋ, ਫਿਰ ਚਾਹੇ ਉਹ ਮਨ ਹੈ, ਚਾਹੇ ਕੁਛ ਵੀ ਹੈ ਅੰਦਰ, ਚਾਹੇ ਤੁਹਾਡੇ ਖੁਦ ਹੈ, ਉਹ ਹੈ ਜੋ ਉਹਦੇ ਨਾਲ ਡੀਲ ਕਰਨਾ ਜਾਂ ਉਸ ਦੇ ਨਾਲ ਉਸ ਨੂੰ ਲੈ ਕੇ ਅੱਗੇ ਚੱਲਣਾ ਕਾਫੀ ਜ਼ਿਆਦਾ ਸੌਖਾ ਹੋ ਜਾਂਦਾ। ਅਗਰ ਆਪਾਂ ਮਨ ਨੂੰ ਡਿਫਾਈਨ ਵੀ ਕਰਨਾ ਚਾਹੀਏ ਤਾਂ ਮਨ ਕੀ ਹੋਏਗਾ? ਮਨ ਕੋਈ ਇੱਦਾਂ ਦਾ ਸਰੀਰ ਦੇ ਵਿੱਚ ਪਾਰਟ ਤਾਂ ਨਹੀਂ ਹੈ ਜਿੱਦਾਂ ਦਿਮਾਗ ਹੁੰਦਾ, ਅੱਖਾਂ ਹੁੰਦੀਆਂ ਨੇ। ਮਨ ਕੀ ਹੈ? ਇਹ ਜਸਟ ਅ ਕਲੈਕਸ਼ਨ ਆਫ ਥਾਟਸ, ਇੱਕ ਵਿਚਾਰਾਂ ਦਾ ਸੰਗ੍ਰਹਿ ਹੈ ਜੋ ਬਣਦੇ ਰਹਿੰਦੇ ਆ, ਘਟਦੇ ਰਹਿੰਦੇ ਆ ਐਂਡ ਨਿਬੜਦੇ ਰਹਿੰਦੇ ਨੇ ਆਪਣੇ ਆਪ 'ਚ ਹੀ। ਜੋ ਵਿਚਾਰ ਹੀ ਨੇ ਉਹੀ ਮਨ ਨੇ ਨਾ, ਜੋ ਥਾਟਸ ਕ੍ਰੀਏਟ ਹੋ ਰਹੇ ਨੇ ਉਹੀ ਮਾਈਂਡ ਆ, ਉਸ ਤੋਂ ਇਲਾਵਾ ਤਾਂ ਕੁਛ ਵੀ ਨਹੀਂ ਆ। ਸੋ ਕੁਛ ਤੁਹਾਡੇ ਅੰਦਰ ਥਾਟਸ ਨੇ ਜੋ ਡਿਸਟਰਬ ਕਰ ਰਹੇ ਨੇ, ਜਾਂ ਕੁਛ ਥਾਟਸ ਇੱਦਾਂ ਦੇ ਨੇ ਜੋ ਤੁਹਾਡੇ ਤੋਂ ਕੁਛ ਐਕਸ਼ਨਸ ਕਰਵਾ ਰਹੇ ਨੇ, ਤੁਸੀਂ ਉਹਨਾਂ ਨੂੰ ਰੋਕਣਾ ਚਾਹ ਰਹੇ ਹੋ। ਬੇਸਿਕਲੀ ਜੋ ਕਾਬੂ ਕਰਨ ਦੀ ਪ੍ਰਵਿਰਤੀ ਆ ਰਹੀ ਹੈ ਜਾਂ ਕੰਟਰੋਲ ਕਰਨਾ ਚਾਹ ਰਹੇ ਹੋ, ਉਸੇ ਕਰਕੇ ਕਰਨਾ ਚਾਹ ਰਹੇ ਹੋ, ਜਾਂ ਤਾਂ ਕਿ ਜੋ ਤੁਹਾਡੇ ਉਹ ਥਾਟਸ ਨੇ ਉਹ ਤੁਹਾਨੂੰ ਡਿਸਟਰਬ ਨਾ ਕਰਨ। ਇਹ ਇੱਕ ਜੋ ਮਨ ਹੈ ਇਹ ਕਲੈਕਸ਼ਨ ਆ ਗਈ ਥਾਟਸ ਦੀ, ਐਂਡ ਜੋ ਥਾਟਸ ਹੈ, ਜੋ ਵਿਚਾਰ ਹੈ, ਉਹ 'ਤੇ ਗੱਲ ਕਰਨੀ ਇੱਕ ਟੋਟਲੀ ਡਿਫਰੈਂਟ ਚੀਜ਼ ਆ ਗਈ। ਉਹ ਇੱਕ ਇਕਾਈ ਆ ਗਈ ਅਤੇ ਇੱਕ ਸੰਗ੍ਰਹਿ ਆ ਗਿਆ ਜੋ ਮਨ ਹੈ। ਅਗਰ ਕੋਈ ਥਾਟ ਤੁਹਾਨੂੰ ਡਿਸਟਰਬ ਕਰ ਰਿਹਾ, ਕਿ ਪਹਿਲਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਹੜਾ ਥਾਟ ਤੁਹਾਨੂੰ ਜ਼ਿਆਦਾ ਡਿਸਟਰਬ ਕਰਦਾ ਹੈ। ਉਹਦੇ ਲਈ ਤੁਹਾਨੂੰ ਮਾਈਂਡ ਦੇ ਆਪਣੇ ਅੰਦਰ ਹੀ ਇੱਕ ਥੋੜ੍ਹੀ ਅਵੇਅਰਨੈਸ ਰੱਖਣੀ ਪਏਗੀ ਕਿ ਇਹ ਥਾਟ ਆ ਗਿਆ, ਇਹ ਹੁਣ ਮੈਨੂੰ ਡਿਸਟਰਬ ਕਰ ਰਿਹਾ ਹੈਗਾ। ਉਹ ਤੁਹਾਨੂੰ ਪਹਿਲਾਂ ਲੱਭਣਾ ਪਏਗਾ ਕਿ ਇਹ ਥਾਟ ਕਿਹੜਾ ਹੈਗਾ, ਕਿਹਦੇ ਨਾਲ ਤੁਸੀਂ ਜ਼ਿਆਦਾ ਡਿਸਟਰਬ ਹੋ ਰਹੇ ਹੋ, ਕਿਹੜਾ ਜ਼ਿਆਦਾ ਇੰਟਰਫੇਰੈਂਸ ਕਰ ਰਿਹਾ। ਫਿਰ ਉਹ ਜਿੱਦਾਂ ਦਾ ਥਾਟ ਇੰਟਰਫੇਰੈਂਸ ਹੋਏਗੀ ਉਸ ਹਿਸਾਬ ਨਾਲ ਤੁਸੀਂ ਉਹਦੀ ਡੂੰਘਾਈ ਦੇ ਵਿੱਚ ਜਾਣਾ ਕਿ ਇਹ ਜੋ ਥਾਟ ਹੈ ਕਿੱਥੋਂ ਪੈਦਾ ਹੋ ਰਿਹਾ, ਕੀ ਰੀਜ਼ਨਸ ਨੇ ਅਤੇ ਕਿਹੜੇ ਰੀਜ਼ਨਸ ਨਾਲ ਮੈਨੂੰ ਡਿਸਟਰਬੈਂਸ ਕ੍ਰੀਏਟ ਹੋ ਰਿਹਾ, ਕਿ ਇੰਨੀ ਇਸ ਨੂੰ ਅਹਿਮੀਅਤ ਕਿਉਂ ਹੈ, ਇਸ ਪਰਟੀਕੂਲਰ ਥਾਟ ਨੂੰ ਕਿਉਂ ਅਹਿਮੀਅਤ ਹੈ ਕਿ ਮੈਨੂੰ ਡਿਸਟਰਬ ਕਰ ਪਾ ਰਿਹਾ। ਇਹਦੇ ਨਾਲ ਕੀ ਜੁੜਿਆ ਹੋਇਆ ਹੈਗਾ ਇੱਦਾਂ ਦਾ, ਇਹਦੇ ਨਾਲ ਕੀ ਇੱਦਾਂ ਦੀ ਮੈਮਰੀਜ਼ ਜੁੜੀਆਂ ਹੋਈਆਂ ਨੇ, ਇਹਦੇ ਨਾਲ ਕੀ ਇੱਦਾਂ ਦੇ ਇਮੋਸ਼ਨਸ ਕ੍ਰੀਏਟ ਹੋ ਰਹੇ ਨੇ ਕਿ ਮੈਨੂੰ ਡਿਸਟਰਬ ਕਰ ਪਾ ਰਹੇ ਨੇ। ਸੋ ਬੇਸਿਕਲੀ ਥਾਟ ਹੈ ਜੋ ਉਹ ਡਿਸਟਰਬ ਕਰ ਰਿਹਾ, ਨਾ ਕਿ ਮਨ ਡਿਸਟਰਬ ਕਰ ਰਿਹਾ। ਮਨ ਤਾਂ ਕੁਛ ਹੈ ਹੀ ਨਹੀਂ ਆ, ਮਨ ਤਾਂ ਕਲੈਕਸ਼ਨਸ ਆਫ ਥਾਟਸ ਹੋ ਗਈ ਨਾ। ਸੋ ਜੋ ਥਾਟ ਦੇ ਵਿੱਚ ਹੋਏਗੀ, ਜੇ ਆਪਾਂ ਹੁਣ ਇੱਥੇ ਥਾਟਸ ਦੇ ਬਾਰੇ ਜਾਂ ਵਿਚਾਰ ਧਾਰਾ ਜਾਂ ਵਿਚਾਰ ਸਰਕਲ ਜੋ ਹੋ ਗਿਆ, ਵਿਚਾਰਾਂ ਬਾਰੇ ਗੱਲ ਕਰਨ ਲੱਗ ਗਏ, ਤਾਂ ਆਪਣਾ ਇਹ ਜੋ ਪਹਿਲਾ ਐਪੀਸੋਡ ਹੈ ਕਾਫੀ ਹੀ ਜ਼ਿਆਦਾ ਲੰਬਾ ਚਲਿਆ ਜਾਣਾ। ਆਲਰੇਡੀ ਇਹ ਕਾਫੀ ਜ਼ਿਆਦਾ ਲੰਬਾ ਹੋ ਗਿਆ। ਸੋ ਜੋ ਪਹਿਲਾ ਕੁਐਸਚਨ ਆਇਆ ਸੀ ਕਿ ਮਨ ਨੂੰ ਕਿੱਦਾਂ ਕੰਟਰੋਲ ਕਰਨਾ, ਉਹ ਆਈ ਥਿੰਕ ਉਹਦੀ ਇੱਕ ਐਕਸਪਲੇਨੇਸ਼ਨ ਬੈਟਰ ਬਣ ਗਈ ਆ ਕਿ ਆਪਾਂ ਕਿਸ 'ਤੇ ਕਿੱਦਾਂ ਚੱਲ ਸਕਦੇ ਹਾਂ। ਮੇਰੇ ਪੱਖ ਤੋਂ ਮੈਂ ਇਹ ਕਾਫੀ ਜ਼ਿਆਦਾ ਤਿੰਨਾਂ ਪੱਖਾਂ ਨਾਲ ਡਿਫਾਈਨ ਕੀਤਾ ਅਤੇ ਚੌਥੇ ਪੱਖ ਨਾਲ ਆਪਾਂ ਮਨ ਨੂੰ ਹੀ ਖ਼ਤਮ ਕਰ ਦਿੱਤਾ। ਆਈ ਥਿੰਕ ਅੱਜ ਦੇ ਲਈ ਇੰਨਾ ਬਹੁਤ ਹੋਏਗਾ, ਐਂਡ ਆਮ ਸੋਰੀ ਕਿ ਮੈਂ ਅੱਗੇ ਦੇ ਕੁਐਸਚਨ ਨਹੀਂ ਕਵਰ ਕਰ ਪਾਊਂਗਾ ਇਸ ਐਪੀਸੋਡ ਦੇ ਵਿੱਚ ਕਾਫੀ, ਕਿਉਂਕਿ ਫਸਟ ਐਪੀਸੋਡ ਹੈ ਅਤੇ ਲੰਬਾ ਜਾ ਰਿਹਾ।
ਅਗਰ ਤੁਹਾਨੂੰ ਕੋਈ ਵੀ ਇਹਦੇ ਵਿੱਚ ਅੱਗੇ ਐਕਸਪਲੇਨੇਸ਼ਨ ਚਾਹੀਦੀ ਹੈ ਜਾਂ ਡੈਫੀਨੇਸ਼ਨ ਚਾਹੀਦੀ ਹੈ ਕਿਸੇ ਚੀਜ਼ ਲਈ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪਾ ਸਕਦੇ ਹੋ, ਜਾਂ ਕੋਈ ਵੀ ਕੁਐਸਚਨ ਜਾਂ ਤੁਸੀਂ ਡਿਸਕਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਇਹਨੂੰ ਪਾ ਸਕਦੇ ਹੋ। ਅਤੇ ਅੱਗੇ ਮਿਲਦੇ ਹਾਂ ਫਿਰ, ਕੀ ਆਪਣੇ ਲਵੇ ਕੁਐਸਚਨ ਆਉਂਦੇ ਆ ਜਾਂ ਕੀ ਸਮਾਂ ਬਣਦਾ ਜਾਂ ਜੋ ਹੁਕਮ ਹੁੰਦਾ ਕਾਇਨਾਤ ਦਾ, ਉਹਦੇ ਅਕੋਰਡਿੰਗ ਆਪਾਂ ਚੱਲਾਂਗੇ। ਤਦ